ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ 9ਵਾਂ 10ਵਾਂ ਤੇ 11ਵਾਂ ਪਦਾ ਜਿਹੜਾ ਉਹਦਾ ਮੈਂ ਪਾਠ ਕਰ ਰਿਹਾ। ਦਰਸ਼ਨ ਭੇਖ ਕਰਹੁ ਜੋਗਿੰਦਰਾ, ਮੁੰਦਰਾ ਝੋਲੀ ਖਿੰਥਾ। 12 ਅੰਤਰ ਏਕ ਸਰੇਵਹੁ, ਖਟ ਦਰਸ਼ਨ ਇੱਕ ਪੰਥਾ। ਇਨ ਬਿਦ ਮਨ ਸਮਝਾਈਐ ਪੁਰਖਾ, ਬਾਹੁੜ ਚੋਟ ਨਾ ਖਾਈਐ। ਨਾਨਕ ਬੋਲੇ ਗੁਰਮੁਖੇ ਬੂਝੈ, ਜੋਗ ਜੁਗਤ ਇਵ ਪਾਈਐ। ਅੰਤਰ ਸ਼ਬਦ ਨਿਰੰਤਰ ਮੁਦਰਾ, ਹਉਮੈ ਮਮਤਾ ਦੂਰ ਕਰੀ। ਕਾਮ ਕ੍ਰੋਧ ਅਹੰਕਾਰ ਨਿਵਾਰੇ, ਗੁਰ ਕੈ ਸ਼ਬਦ ਸੋ ਸਮਝ ਪਰੀ। ਖਿੰਥਾ ਝੋਲੀ ਭਰਪੁਰ ਰਹਿਆ, ਨਾਨਕ ਤਾਰੈ ਏਕ ਹਰੀ। ਸਾਚਾ ਸਾਹਿਬ ਸਾਚੀ ਨਾਈ, ਪਰਖੈ ਗੁਰ ਕੀ ਬਾਤ ਖਰੀ। ਊਂਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਣ ਮਨ ਜਾਗੋਟੀ। ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖੈ ਨਾਮ ਸਮਾਲ। ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸਮਾਲ। ਅੱਜ ਦੇ ਇਹ ਸ਼ਬਦ ਦੀ ਵਿਚਾਰ ਮੈਂ ਬੇਨਤੀ ਕਰਦਾ ਡਾਕਟਰ ਚਰਨ ਕਮਲ ਸਿੰਘ ਜੀ ਇਹਦੇ ਵਿਚਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੀਆਂ ਦੇ ਨਾਲ ਜਿਹੜੀ ਵਾਰਤਾਲਾਪ ਚੱਲ ਰਹੀ ਹੈ, ਗੋਸਟ ਚੱਲ ਰਹੀ ਹੈ, ਇਸ ਵਿੱਚ ਇੱਕ ਜੋਗੀ ਨੂੰ ਆਪਣੇ ਜੋਗੀ ਹੋਣ ਦਾ ਜੋ ਮਾਣ ਹੈ, ਜਿਸ ਰਸਤੇ ਦਾ ਉਹਨੂੰ ਪਤਾ ਹੈ, ਉਸ ਬਾਰੇ ਗੱਲ ਕਰਦਿਆਂ ਗੁਰੂ ਸਾਹਿਬ ਨੂੰ ਜੋ ਕਿ ਇਹ ਕਹਿੰਦੇ ਨੇ ਕਿ ਤੁਸੀਂ ਜੋਗ ਦਾ ਹੁਣ ਸਮਾਂ ਹੈ। ਇੰਦਰ ਉਸ ਵੇਲੇ ਦਾ ਇੱਕ ਸ਼ਬਦ ਹੈ ਕਿ ਜਿਸ ਦਾ ਰਾਜ ਹੋਏ ਉਹ ਇੰਦਰ ਹੈ। ਜੋਗਿੰਦਰਾ, ਜੋਗ ਦਾ ਰਾਜ, ਜੋਗ ਦਾ ਇਸ ਵੇਲੇ ਸਮਾਂ ਹੈ। ਤੇ ਕਰੋ ਜੋਗਿੰਦਰਾ, ਤੁਸੀਂ ਹੁਣ ਭੇਖ ਕਰੋ, ਦਰਸ਼ਨ ਭੇਖ ਕਰੋ। ਜੋਗਿੰਦਰਾ ਦੇ ਵਿੱਚ ਤੁਸੀਂ ਇਹ ਵਾਲਾ ਭੇਖ ਕਰੋ ਜਿਸ 'ਚ ਤੁਹਾਡੇ ਦਰਸ਼ਨ ਹੈ ਬਤੌਰ ਜੋਗੀ ਹੋਣ। ਤਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ? ਮੁੰਦਰਾ ਪਾਓ, ਪਿੱਛੇ ਆਪਣੇ ਪਿੱਠ ਤੇ ਝੋਲੀ ਪਾਓ, ਤੇ ਇੱਥੇ ਸਾਹਮਣੇ ਕਮਰ ਤੇ ਇੱਕ ਹੋਰ ਛੋਟੀ ਪਤਲੀ ਉਹ ਬੰਨ ਲਓ, ਜਿਸ ਤਰ੍ਹਾਂ ਗੰਢ ਜੀ ਹੁੰਦੀ ਹੈ, ਜੇਬ ਜੀ ਹੁੰਦੀ ਹੈ, ਖਿੰਥਾ। ਤੋ ਮੁੰਦਰਾ ਝੋਲੀ ਖਿੰਥਾ ਪਾ ਕੇ ਇਹ ਜੋਗ ਦਾ ਸਮਾਂ ਹੈ ਤੇ ਇਹ ਵਾਲਾ ਤੁਸੀਂ ਭੇਖ ਕਰੋ। ਤੇ ਇਹ ਸਾਡਾ ਜਿਹੜਾ ਹੈਗਾ ਇਸ ਕੰਮ 'ਚ 12 ਤਰ੍ਹਾਂ ਦੇ ਸਾਡੇ ਪੰਥ ਨੇ ਜੋਗੀਆਂ ਦੇ। ਉਹਨਾਂ ਵਿੱਚੋਂ ਸਭ ਤੋਂ ਉੱਤਮ ਆਈ ਪੰਥ ਹੈ, ਕਿਉਂਕਿ ਤੁਸੀਂ ਬਹੁਤ ਵਧੀਆ, ਤੁਸੀਂ ਆਈ ਪੰਥ ਵਿੱਚ ਸ਼ਾਮਲ ਹੋ। 12 ਅੰਤਰੇ ਏਕ ਸਰੇਵਹੁ। ਤੇ ਜਿਹੜੇ ਜਿਸ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ, ਜਿਸ ਤਰ੍ਹਾਂ ਦੇ ਭੇਖ ਹੈ, ਉਹ ਖਟ ਦਰਸ਼ਨ ਨੇ। 6 ਤਰ੍ਹਾਂ ਦੇ ਦਰਸ਼ਨ ਜਿਹੜੇ ਨੇ ਉਹ ਸਾਡੇ ਕੋਲ ਹੁੰਦੇ ਨੇ। ਉਹਨਾਂ ਵਿੱਚ ਜੰਗਮ ਵੀ ਹੈ, ਜੈਨੀ ਵੀ ਹੈ, ਸੰਨਿਆਸੀ ਵੀ ਹੈ, ਬੈਰਾਗੀ ਵੀ ਹੈ, ਵੈਸ਼ਨੋ ਵੀ ਹੈ, ਤੇ ਜੋਗੀ ਵੀ ਹੈ। ਤੇ ਇਹਨਾਂ ਵਿੱਚੋਂ ਤੁਸੀਂ ਖਟ ਦਰਸ਼ਨ ਚੋਂ ਜਿਹੜਾ ਇੱਕ ਪੰਥ ਤੁਸੀਂ ਚੁਣੋ, ਉਹ ਜੋਗੀ ਦਾ ਚੁਣੋ। ਤੇ ਜੋਗੀਆਂ ਦੇ ਜਿਹੜੇ 12 ਪੰਥ ਨੇ ਉਹਨਾਂ ਵਿੱਚੋਂ ਤੁਹਾਨੂੰ ਆਈ ਪੰਥੀ ਅਸੀਂ ਬਣਾਉਂਦੇ ਹਾਂ। ਆਈ ਪੰਥੀ, ਜਿਸ ਨੂੰ ਗੁਰੂ ਸਾਹਿਬ ਨੇ ਬਾਅਦ ਚੋਂ ਸਮਝਾਇਆ, ਜਪਜੀ ਸਾਹਿਬ 'ਚ ਗੱਲ ਕੀਤੀ, ਆਈ ਪੰਥੀ ਸਗਲ ਜਮਾਤੀ। ਤੂੰ ਆਪਣੇ ਆਪ ਨੂੰ ਆਈ ਪੰਥ ਦਾ ਹੰਕਾਰ ਕਰਦਾ ਹੈ। ਸਾਰਿਆਂ ਨੂੰ ਇੱਕ ਜਮਾਤ ਸਮਝ, ਊਚ ਨੀਚ ਨਾ ਸਮਝ, ਵੱਡਾ ਛੋਟਾ ਨਾ ਸਮਝ, ਕਿਸੇ ਨੂੰ ਜਾਤ ਦਾ ਗਰਵ ਨਾ ਕਰ, ਤਾਂ ਤੂੰ ਇਹ ਸਮਝ ਲੈ ਕਿ ਤੂੰ ਆਈ ਪੰਥੀ ਹੈ। ਉਹ ਵੱਖਰੇ ਤੌਰ ਤੇ ਗੁਰੂ ਸਾਹਿਬ ਨੇ ਕਿਹਾ। ਇੱਥੇ ਹੁਣ ਜਿਹੜਾ ਹੈ ਕਿ 12 ਅੰਤਰ ਏਕ ਸਰੇਵਹੁ, ਖਟ ਦਰਸ਼ਨ ਇੱਕ ਪੰਥਾ, ਇਹ ਹੁਣ ਉਸ ਜੋਗਿੰਦਰਾ ਦਾ ਜੋ ਉਸਨਾਂ ਨੂੰ ਮੰਚ ਹੈ,
ਇਹ ਉਹਨਾਂ ਨੂੰ ਛੋਟਾ ਸਮਝ ਕੇ, ਕਿਉਂਕਿ ਹਰ ਕਿਸੇ ਨੇ ਆਪਣੀ ਆਪਣੀ ਅਵਸਥਾ ਤੋਂ, ਆਪਣੀ ਆਪਣੀ ਲਹਿਜ਼ੇ ਤੋਂ ਸਾਹਿਬ ਨਾਲ ਗੱਲ ਕੀਤੀ ਹੈ, ਤੇ ਇਹ ਕਿਸੇ ਨੇ ਬਹੁਤ ਆਦਰ ਸਤਿਕਾਰ ਨਾਲ ਕੀਤੀ ਹੈ। ਇੱਥੇ ਉਹਨਾਂ ਨੇ ਕਿਹਾ ਪੁਰਖ ਕਿਹਾ, ਪੁਰਖਾ ਤੋ ਇਨ ਬਿਦ ਮਨ ਸਮਝਾਈਏ ਪੁਰਖਾ, ਆਪਣੇ ਮਨ ਨੂੰ ਇਸ ਤਰ੍ਹਾਂ ਸਮਝਾਈਦਾ, ਤੇ ਫਿਰ ਜੇ ਤੂੰ ਆ ਜੋਗ ਧਾਰੇਗਾ, ਜੇ ਆ ਵਾਲਾ ਬਸਤਰ ਇਹੋ ਜਿਹਾ ਭੇਖ ਰੱਖੇਗਾ, ਤਾਂ ਫਿਰ ਤੈਨੂੰ ਕੋਈ ਬਹੁਤੀ ਚੋਟ ਨਹੀਂ ਲੱਗੇਗੀ, ਮਨ ਨੂੰ ਤੇਰਾ ਮਤਲਬ ਠਹਿਰਾਵ ਰਹੇਗਾ, ਕਿਉਂਕਿ ਤੂੰ ਆਪਣੇ ਆਪ ਨੂੰ ਸੰਜਮ ਚ ਕਰ ਲਿਆ ਤੇ ਜੋਗ ਦੇ ਭੇਖ ਚ ਆ ਗਏ। ਤੋ ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਉਹਨਾਂ ਦੀ ਇਸ ਗੱਲ ਦਾ ਉੱਤਰ ਦਿੰਦੇ ਨੇ ਕਿ ਇਹ ਤਾਂ ਗੁਰਮੁਖ ਹੋ ਕੇ ਬੁਝਿਆ ਜਾ ਸਕਦਾ ਹੈ ਕਿ ਅਸਲੀ ਜੋਗ ਦੀ ਜੁਗਤ ਕੀ ਹੈ। ਜੋਗ ਜੁਗਤ ਇਵ ਪਾਈ ਹੈ, ਭਾਈ ਐ ਨਹੀਂ ਹੈ। ਜੋਗ ਜੁਗਤ ਵੱਖਰੀ ਹੈ। ਉਸ ਜੁਗਤ ਨੂੰ ਸਮਝਣ ਵਾਸਤੇ ਗੁਰਮੁਖ ਹੋਣਾ ਪਏਗਾ। ਸ਼ਬਦ ਦਾ ਗਿਆਨ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਜੋ ਗੁਰੂ ਹੈ ਉਸ ਵਿੱਚ ਆਪਣੀ ਸੁਰਤ ਜੋੜ ਕੇ ਸਾਨੂੰ ਬਾਣੀ ਦਾ ਗਿਆਨ ਆਪਣੇ ਅੰਦਰ, ਆਪਣੀ ਸੁਰਤ ਉਧਰ ਜੋੜ ਕੇ, ਤੋ ਇਸ ਤਰ੍ਹਾਂ ਸਾਨੂੰ ਅਸੀਂ ਬੁੱਝ ਸਕਦੇ ਹਾਂ ਉਸ ਜੁਗਤ ਨੂੰ। ਉਹ ਜੁਗਤ ਵਿੱਚ ਜੋਗ ਛੁਪਿਆ ਹੋਇਆ, ਜੋਗ ਦੀ ਅਸਲ ਜੁਗਤ ਉਹ ਹੈ। ਹੁਣ ਉਹਦੇ ਵਿੱਚ ਕੀ ਹੈ ਕਿ ਤੁਹਾਡੇ ਅੰਤਰ, ਤੁਸੀਂ ਜਿਹੜੀ ਮੁੰਦਰਾ ਪਾਈ ਹੈ ਨਾ, ਇਹ ਮੁੰਦਰਾ ਉਹ ਹੈ। ਮੁੰਦਰਾ ਕੀ ਹੁੰਦਾ ਕਿ ਆਪਣੇ ਆਪ ਨੂੰ ਰੋਕ ਕੇ ਰੱਖਣਾ। ਤੇ ਜੇ ਤੁਹਾਡੇ ਅੰਦਰ ਨਿਰੰਤਰ ਸ਼ਬਦ ਚੱਲ ਰਿਹਾ, ਅੰਤਰੇ ਸ਼ਬਦ ਨਿਰੰਤਰ, ਨਿਰੰਤਰ ਤੁਹਾਡੇ ਅੰਦਰ ਸ਼ਬਦ ਚੱਲ ਰਿਹਾ ਹੈ, ਉਹ ਸ਼ਬਦ ਗਿਆਨ, ਸਾਨੂੰ ਉਪਦੇਸ਼ ਚੱਲ ਰਿਹਾ, ਸਾਡਾ ਮਾਰਗ ਦਰਸ਼ਨ ਚੱਲ ਰਿਹਾ ਹੈ, ਤਾਂ ਉਹ ਨਿਰੰਤਰ ਚੱਲ ਰਿਹਾ ਹੈ। ਤੇ ਮੁੰਦਰਾ ਵੀ ਹਰ ਵੇਲੇ ਪਾਈ ਹੁੰਦੀ ਹੈ, ਉਹ ਬਾਹਰੀ ਮੁੰਦਰਾ ਹੈ। ਗੁਰੂ ਸਾਹਿਬ ਨੇ ਜੋਗ ਨੂੰ ਸਰੀਰ ਤੋਂ, ਸਰੀਰਕ ਕਿਰਿਆ ਕੋਈ ਵੀ ਹੋਏ, ਉਸ ਨੂੰ ਜੋਗ ਦੇ ਨਾਲ ਉੱਠਾ ਲਟਕਣਾ, ਨਾ ਖਾਣਾ, ਨਾ ਬੋਲਣਾ, ਨਾ ਸੋਣਾ, ਸਰੀਰਕ ਕਸ਼ਟਾਂ ਤੋਂ ਗੁਰੂ ਸਾਹਿਬ ਨੇ ਕਿਹਾ ਸੰਜਮ ਮਨ ਦਾ ਕਰੋ। ਤੋ ਜੋਗ ਨੂੰ ਸਰੀਰ ਤੋਂ, ਸਰੀਰ ਦਾ ਜੋਗ ਨੂੰ ਗੁਰੂ ਸਾਹਿਬ ਨੇ ਬਿਲਕੁਲ ਪ੍ਰਵਾਨ ਕੀਤਾ ਹੀ ਨਹੀਂ। ਜਪਜੀ ਸਾਹਿਬ 'ਚ ਅਨੇਕਾਂ ਵਾਰ ਗੁਰੂ ਸਾਹਿਬ ਨੇ ਦਰਸਾਇਆ। ਇੱਥੇ ਜੋਗੀਆਂ ਨਾਲ ਗੱਲ ਕਰਦਿਆਂ ਫਿਰ ਉਹ ਦੱਸ ਰਹੇ ਹੈ ਕਿ ਅਸਲ ਜਿਹੜੀ ਮੁੰਦਰਾ ਹੈ ਕਿ ਤੂੰ ਸੰਯਮ ਕਰਨਾ ਹੈ, ਆਪਣੇ ਮਨ ਨੂੰ ਸ਼ਬਦ ਦੀ ਲਗਾਮ ਤੇ ਦੇ ਅਧੀਨ ਕਰੋ। ਉਹਦੇ ਨਾਲ ਜਦੋਂ ਤੁਸੀਂ ਮਨ ਨੂੰ ਹੋੜ ਲੋਗੇ, ਮਨ ਨੂੰ ਕੰਟਰੋਲ ਕਰੋਗੇ ਸ਼ਬਦ ਦੇ ਕੁੰਡੇ ਦੇ ਨਾਲ, ਤਾਂ ਸ਼ਬਦ ਦੀ ਅਗਵਾਈ ਦੇ ਨਾਲ, ਤਾਂ ਤੁਹਾਡੇ ਚੋਂ ਹਉਮੈ, ਤੁਹਾਡੀ ਮਮਤਾ, ਇਹ ਵਾਲੀਆਂ ਜਿਹੜੀਆਂ ਭਾਵਨਾਵਾਂ ਨੇ, ਇਹ ਦੁਵੈਤ ਵਾਲੇ ਪਾਸੇ, ਇਹ ਖਿੰਡਾਉਣ ਵਾਲੇ ਪਾਸੇ ਨੇ, ਇਹ ਦੂਰ ਹੁੰਦੀਆਂ ਨੇ। ਹਉਮੈ ਮਮਤਾ ਦੂਰ ਕਰੀ। ਤੋ ਇਸ ਕੁੰਡੇ ਦੇ ਕਾਮ ਕ੍ਰੋਧ ਅਕਾਰ ਨਿਵਾਰੈ। ਕਿਵੇਂ? ਗੁਰ ਕੈ ਸ਼ਬਦ, ਉਹਦੇ ਚੋਂ ਤੁਹਾਨੂੰ ਸਮਝ ਪੈਣੀ ਹੈ ਕਿ ਭਾਈ ਮੈਂ ਕਾਮ ਦੇ ਹਮਲੇ ਤੋਂ ਬਚਣਾ ਹੈ, ਕ੍ਰੋਧ ਦੇ ਚੱਕਰ 'ਚ ਨਹੀਂ ਪੈਣਾ ਹੈ, ਹੰਕਾਰ ਨਹੀਂ ਕਰਨਾ ਹੈ। ਤੋ ਇਹ ਅਸਲ ਜਿਹੜਾ ਉਹ ਇਹਨਾਂ ਨੂੰ ਯਾਦ ਰੱਖਣਾ, ਇਹ ਖਿੰਥਾ ਉਹ ਹੈ ਕਿ ਅਸੀਂ ਕਾਲ ਨੂੰ ਯਾਦ ਰੱਖਦੇ ਹਾਂ। ਆ ਜਿਹੜਾ ਕੁੰਡੇ ਦਾ ਹਿਸਾਬ ਨਾਲ ਚੱਲਦੇ ਹਾਂ, ਤੇ ਝੋਲੀ 'ਚ ਅਸੀਂ ਸਮਾਨ, ਤੁਸੀਂ ਝੋਲੀ ਨੂੰ ਲੈ ਕੇ ਜਾਂਦੇ ਹੋ ਤੇ ਘਰਾਂ 'ਚ ਸਮਾਨ ਮੰਗ ਕੇ ਉਹਨੂੰ ਭਰਦੇ ਹੋ, ਤੇ ਉਹ ਜਿਹੜਾ ਹਰ ਵੇਲੇ ਭਰਪੂਰ ਰਿਹਾ ਹੈ। ਤਾਂ ਮੇਰੀ ਝੋਲੀ ਤਾਂ ਉਹ ਅਸਲੀ ਭਰੀ ਹੋਈ ਹੈ, ਮੇਰੀ ਝੋਲੀ ਵੀ ਉਹ ਹੈ ਤੇ ਮੇਰੀ ਝੋਲੀ ਭਰੀ ਵੀ ਪਈ ਹੈ, ਕਿਉਂਕਿ ਮੇਰੇ ਅੰਦਰ ਉਸ ਦੇ ਵਜੂਦ ਜੇਤਾ ਕੀਤਾ ਤੇ ਤਨੋ, ਉਹ ਜੋ ਮੈਂ ਬਲਿਹਾਰੀ ਕੁਦਰਤ ਵਸਿਆ, ਮੈਂ ਆਪਣੀ ਇਸ ਮੇਰੀ ਝੋਲੀ ਤਾਂ ਮੇਰੀ ਝੋਲਾ ਵੱਡਾ ਭਰਿਆ ਪਿਆ, ਉਸ ਦੀ ਹਰ ਸਮੇਂ ਦੀ ਮੌਜੂਦਗੀ ਦੇ ਨਾਲ ਉਹ ਉਸ ਦਾ ਮੈਂ ਭਰਪੂਰ ਹੈ, ਭਰਿਆ ਪੁਰਿਆ ਪਿਆ ਮੈਂ। ਤਾਂ ਮੇਰੀ ਖਿੰਥਾ, ਮੇਰੀ ਝੋਲੀ ਤਾਂ ਭਰਪੂਰ ਹੀ ਹੈ। ਨਾਨਕ ਤਾਰੈ ਏਕ ਹਰੀ, ਇਹ ਮੇਰੇ ਮਨ, ਇਹ ਜਿਹੜਾ ਹੈ ਸਾਰਿਆਂ ਨੂੰ, ਮਨੁੱਖਾਂ ਨੂੰ, ਜੀ ਜਨਤਾ ਨੂੰ, ਉਹ ਏਕ ਹਰੀ ਦਾ ਗਿਆਨ ਸ਼ਬਦ ਰੂਪ, ਉਹ ਸਾਨੂੰ ਆਪਣੀ ਮਤ ਬੁੱਧ ਨੂੰ, ਮਨ ਦੀਆਂ ਜਿਹੜੀਆਂ ਤਰੰਗਾਂ ਨੇ, ਉਹਨਾਂ ਨੂੰ ਹੋੜ ਕੇ ਉਸ ਨੂੰ ਰਾਹ ਦਿੰਦਾ ਹੈ, ਤੇ ਇਸ ਤਰ੍ਹਾਂ ਤਰਿਆ ਜਾ ਸਕਦਾ ਹੈ। ਉਹ ਸਾਚਾ ਸਾਹਿਬ ਹੈ, ਉਹ ਸਾਹਿਬ ਕਾਇਮ ਦਾਇਮ ਹੈ, ਉਸਦੀ ਹੋਂਦ ਕਾਇਮ ਦਾਇਮ ਹੈ, ਸਾਚੀ ਨਾਈ, ਸਾਚਾ ਸਾਹਿਬ ਸਾਚੀ ਨਾਈ।
ਪਰਖ ਹੈ ਗੁਰ ਕੀ ਬਾਤ ਖਰੀ, ਤੇ ਆਪਣਾ ਅਸੀਂ ਨਿਰਣਾ ਉਸ ਦੀ ਖਰੀ ਬਾਤ ਤੋਂ ਦੇ ਅਨੁਸਾਰ ਆਪਣੇ ਜਿਹੜੇ ਫੈਸਲੇ ਨੇ, ਆਪਣਾ ਜਿਹੜਾ ਮਾਰਗ ਹੈ, ਉਸ ਦੀ ਖਰੀ ਬਾਤ ਕਿਹੜੀ ਹੈ? ਸ਼ਬਦ ਰੂਪੀ ਜਿਹੜਾ ਗੁਰ ਗਿਆਨ ਹੈ, ਉਸ ਨੂੰ ਆਪਣਾ ਸੁਰਤ ਧੁਨ ਚੇਲਾ ਹੋ ਜਾਏ, ਸ਼ਬਦ ਗੁਰੂ ਹੋ ਜਾਏ, ਤਾਂ ਉਸ ਦੀ ਗੁਰਿਆਈ ਵਿੱਚ ਅਸੀਂ ਉਹਦੀ ਖਰੀ ਬਾਤ ਨੂੰ ਅਸੀਂ ਆਪਣੇ ਤੇ ਪੱਲੇ ਬੰਨ ਕੇ, ਤਾਂ ਇਹ ਜਿਹੜਾ ਤੂੰ ਖੱਪਰ ਚੱਕਿਆ ਹੋਇਆ, ਇਹ ਊਂਦੋ ਕਿ ਸੰਸਾਰਕ ਤੋਂ ਜਿਹੜੀਆਂ ਖੁਆਇਸ਼ਾਂ ਨੇ ਨਾ, ਰੀਝਾਂ ਨੇ, ਲਾਲਚ ਨੇ, ਹੋਰ ਜਿਹੜੇ ਤੇਰੇ ਖੱਚਤ ਹੋਣ ਦੇ, ਉਹਨਾਂ ਤੋਂ ਆਪਣੇ ਮਨ ਨੂੰ ਪਰੇ ਕਰ। ਤੇਰਾ ਸਮਝ ਲੈ ਵੀ ਜਿਹੜਾ ਉਲਟਾ ਜਿਹੜਾ ਤੇਰਾ ਖੱਪਰ ਹੈ ਨਾ, ਇਹ ਤੇਰਾ ਸਾਰੇ ਸੰਸਾਰ ਤੋਂ ਆਪਣੇ ਮਨ ਨੂੰ ਉਲਟਾ ਲੈ, ਤੇ ਤੇਰਾ ਸਮਝ ਖੱਪਰ ਫੜਿਆ ਹੋਇਆ ਹੈ। ਤੋ ਇਹ ਮੇਰਾ ਵੇਸ ਜੋਗੀ ਵਾਲਾ ਬਣ ਰਿਹਾ, ਪਰ ਇਹ ਮੇਰਾ ਜੋਗੀਪਨ ਜਿਹੜਾ ਹੈ, ਇਹ ਮਨ ਦੇ ਪੱਧਰ ਤੇ ਹੋ ਰਿਹਾ। ਪੰਜ ਭੂ ਜਿਹੜੇ ਪੰਜ ਨੇ ਤੇਰੇ ਤੇ ਹਮਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਦੇ ਤੱਤ ਜਿਹੜੇ ਨੇ, ਜਿਵੇਂ ਉਹਨਾਂ ਨੂੰ ਮੈਂ ਨਜਿੱਠਦਾ ਮਨ ਦੇ ਪੱਧਰ ਤੇ, ਇਹ ਪੰਜ ਭੂ ਟੋਪੀ ਹੈ ਜਿਹੜੀ ਤੂੰ ਟੋਪੀ ਆਪ ਪਾਉਣਾ ਹੈਗਾ ਜੋਗੀ ਦੇ ਭੇਖ ਵਿੱਚ, ਉਹ ਮੇਰੀ ਪੰਜ ਭੂ ਦੀ ਟੋਪੀ ਹੈ। ਫਿਰ ਤੇਰਾ ਤੂੰ ਆਸਣ ਬਣਾਣਾ ਹੈ, ਇਹ ਉੱਥੇ ਵਿਸ਼ੇਸ਼ ਤਰ੍ਹਾਂ ਦਾ ਇੱਕ ਆਸਣ ਹੈ ਜਿਸ ਨੂੰ ਉਹ ਕੜਾਸਣ ਬੋਲਦੇ ਆ। ਉਹ ਕਹਿੰਦੇ ਇਹ ਜਿਹੜਾ ਮੇਰਾ ਮਨ ਮੇਰਾ ਇਸ ਕਾਇਆ ਦੇ ਆਸਣ ਤੇ ਬੈਠਾ ਹੈ, ਤਾਂ ਇਹ ਮੇਰੀ ਕਾਇਆ, ਮੇਰਾ ਸਰੀਰ, ਇਹ ਆਪਣੇ ਆਪ ਵਿੱਚ ਇੱਕ ਆਸਣ ਹੈ, ਤਾਂ ਮੇਰਾ ਕਾਇਆ ਹੀ ਮੇਰੇ ਕੜਾਸਣ ਹੈ। ਉਹਦਾ ਮਤਲਬ ਗੁਰੂ ਸਾਹਿਬ ਸਾਰਾ ਭੇਖ ਦੱਸ ਰਹੇ ਨੇ ਵੀ ਕਿਵੇਂ ਤੂੰ ਜੋਗੀ ਦਾ ਜਿਹੜਾ ਭੇਖ ਬਾਹਰੀ ਕੀਤਾ ਹੋਇਆ ਹੈ, ਇਹ ਸਾਰਾ ਦਾ ਸਾਰਾ ਭੇਖ ਮੈਂ ਮੰਨਦਾ ਤੇਰਾ, ਪਰ ਇਹ ਸਾਰਾ ਮਨ ਦੇ ਪੱਧਰ ਤੇ ਹੈ। ਤੇ ਇਹ ਸੰਜਮ ਜਿਹੜਾ ਹੈ, ਇਹ ਕਾਇਆ ਮੇ ਕੜਾਸਣ ਹੈ, ਤੇ ਜਿਹੜੀ ਤੂੰ ਲੰਗੋਟ ਪਾਉਣਾ ਹੈ ਥੱਲੇ, ਇਹ ਮਨ ਨੂੰ ਕੰਟਰੋਲ, ਜਿਸ ਤਰ੍ਹਾਂ ਲੰਗੋਟ ਪਾਉਂਦੇ ਹਾਂ ਅਸੀਂ ਆਪਣੇ ਆਪ ਨੂੰ ਕੰਟਰੋਲ ਕਰਦੇ ਹਾਂ, ਆਪਣੇ ਆਪ ਨੂੰ ਕੱਜਦੇ ਹਾਂ, ਮਨ ਨੂੰ ਕਾਬੂ ਕਰਨਾ, ਸਮਝ ਇਹ ਕਿ ਮੈਂ ਲੰਗੋਟ ਪਾਇਆ ਹੋਇਆ, ਇਹ ਜਾਗੋਟੀ ਪਾਈ ਹੋਈ ਹੈ। ਤੋ ਇਹ ਜੋ ਸਾਰਾ ਭੇਖ ਗੁਰੂ ਸਾਹਿਬ ਨੇ, ਤੇਰੀ ਜਾਗੋਟੀ, ਤੇਰਾ ਕੜਾਸਣ, ਤੇਰੀ ਟੋਪੀ, ਤੇਰਾ ਖੱਪਰ, ਤੇਰਾ ਝੋਲੀ, ਤੇਰੀ ਖਿੰਥਾ, ਤੇ ਸਾਰਾ ਗੁਰੂ ਸਾਹਿਬ ਨੇ ਉਸ ਦਾ ਜਿਹੜਾ ਉਹ ਭੇਖ ਉਹ ਦੱਸਦਾ ਵੀ ਤੇਰਾ ਭੇਖ ਆਹ ਵਾਲਾ ਭੇਖ ਹੋਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਤੇਰੇ ਨਾਲ, ਜਿਵੇਂ ਹਰ ਜੋਗੀ ਦੇ ਨਾਲ ਕੋ ਚੇਲੇ ਨੇ, ਕਹਿੰਦੇ ਚੇਲੇ ਰੱਖ ਸਤ ਸੰਤੋਖ ਸੰਜਮ ਹੈ ਨਾਲੇ, ਤੇਰੇ ਨਾਲ ਸਤ ਹੋਏ, ਜਿਹੜਾ ਮਨ ਜਾਗੋਟੀ ਹੈ, ਜਿਹੜੀ ਕਾਇਆ ਦੇ ਆਸਣ ਤੇ ਉਹ ਮਨ ਬੈਠਾ ਹੈ, ਤੇਰੇ ਵਿਚਾਰ ਬੈਠੇ ਨੇ, ਉਹਨਾਂ ਦੇ ਪਿੱਛੇ ਲੱਗਿਆ, ਸਤ ਪਿੱਛੇ ਲੱਗਿਆ ਹੋਇਆ ਹੈ। ਸਤਿਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਤੋ ਸਤ ਸੰਤੋਖ ਤੇ ਆ ਸਾਰਾ ਹਰ ਚੀਜ਼ ਵਿੱਚ ਅਲਪ ਆਹਾਰ, ਸੁਲਭ ਸੇ ਨਿਦਰਾ, ਇਹ ਸੰਜਮ ਹੈ। ਇਹ ਤੇਰੇ ਉਹਦੇ ਚੇਲੇ ਨਾਲ ਚੱਲ ਰਹੇ ਨੇ, ਤੇ ਇਹ ਵਾਲਾ ਜੋਗੀ ਬਣ। ਇਹ ਸਾਡੀ ਇਹ ਵਾਲੀ, ਮੈਂ ਤੇ ਆਈ ਪੰਥੀ, ਇਹ ਹੈ ਮੇਰੀ ਆਈ ਪੰਥੀ, ਕਿ ਮੇਰੇ ਮਗਰ ਮੇਰੇ ਨਾਲ ਸਤ ਸੰਤੋਖ ਤੇ ਸੰਜਮ ਨੇ। ਇਹ ਮੇਰੇ ਮਨ, ਇਹ ਗੁਰੂ ਦੇ ਵੱਲ, ਗੁਰੂ ਦੀ ਮੱਤ ਲੈ ਕੇ, ਗੁਰਮੁਖ ਨਾਮ ਸੰਭਾਲ, ਉਸ ਦੀ ਹੋਂਦ ਦਾ ਜਿਹੜਾ ਕੁੰਡਾ ਹੈ ਵੀ ਸੱਚੇ ਪਾਤਸ਼ਾਹ ਤੂੰ ਮੈਨੂੰ ਦੇਖ ਰਹੇ ਹੈ, ਉੱਥੋਂ ਮੇਰੇ ਮਨ ਤੇ ਕਾਬੂ ਆਣਾ ਹੈ, ਉਸ ਨੂੰ ਮੈਂ ਸੰਭਾਲਣਾ ਹੈ। ਨਾਮ ਸੰਭਾਲ, ਤੋ ਇਹ ਮੇਰੇ ਮਨ ਗੁਰੂ ਵੱਲ, ਗੁਰੂ ਤੋਂ ਸੇਧ ਲੈ ਕੇ, ਗੁਰੂ ਦੇ ਸ਼ਬਦ ਵਿੱਚੋਂ ਤੈਨੂੰ ਇਸ ਦੀ ਗੱਲ ਦੀ ਸੋਝੀ ਹੋਏਗੀ ਕਿ ਉਹ ਕਰਤਾਰ ਦੇਖਦਾ ਹੈ, ਉਹ ਹੈ, ਉਸ ਦਾ ਆਧਾਰ ਹੈ, ਉਸ ਦਾ ਆਸਰਾ ਹੈ। ਉਸ ਦੇ ਨਾਲ ਮੇਰੇ ਮਨ ਵਿੱਚ ਸਤ ਸੰਤੋਖ ਤੇ ਸੰਜਮ ਹੋਏਗਾ। ਇਹ ਸਮਝ ਲਓ ਵੀ ਆਈ ਪੰਥੀ ਦੇ ਜੋਗੀ ਦੇ ਚੇਲੇ ਨਾਲ ਤੁਰੇ ਹੋਏ ਆ। ਉਹ ਮੇਰਾ ਜਿਹੜਾ ਸਰੀਰ ਹੈ, ਉਹ ਇਸ ਜਿਵੇਂ ਮੈਂ ਆਸਣ ਲਾਇਆ ਹੋਇਆ, ਮੇਰੇ ਮਨ ਨੇ ਆਸਣ ਲਾਇਆ ਹੋਇਆ ਸਰੀਰ ਦਾ, ਤੇ ਇਹ ਜਿਹੜੀ ਮੈਂ ਜਾਗੋਟੀ ਆਪਣੇ ਮਨ ਨੂੰ ਕਾਬੂ ਕਰਕੇ ਪਾਈ ਹੋਈ ਹੈ, ਤੇ ਮੈਂ ਆਪਣੇ ਸੰਸਾਰ ਤੋਂ ਉਪਰਾਮਤਾ ਵਾਲਾ ਮੈਂ ਖੱਪਰ ਚੱਕਿਆ ਹੋਇਆ, ਤੇ ਪੰਜ ਭੂਤਕ ਜਿਹੜੇ ਹਮਲੇ ਨੇ, ਉਹਨਾਂ ਦੀ ਮੈਂ ਟੋਪੀ ਪਾਈ, ਉਹਨਾਂ ਨੂੰ ਕਾਬੂ ਕਰਕੇ ਮੈਂ ਟੋਪੀ ਬਣਾਈ ਹੈ। ਤੇ ਇਉਂ ਮੈਂ ਆਪਣੇ ਇਸ ਹਰੀ ਦੀ ਖਰੀ ਬਾਤ ਨੂੰ ਮੈਂ ਆਪਣਾ ਉਹਦੇ ਨਾਲ ਨਿਸ਼ਚਾ ਕਰਦਾ ਹਾਂ, ਤੇ ਮੈਨੂੰ ਪੱਕਾ ਯਕੀਨ ਹੈ ਕਿ ਇਹ ਸਾਹਿਬ ਕਾਇਮ ਦਾਇਮ ਹੈ, ਉਸ ਦੀ ਹੋਂਦ ਕਾਇਮ ਦਾਇਮ ਹੈ। ਤੋ ਇਹਦੇ ਵਿੱਚੋਂ ਹੀ ਮੈਨੂੰ
ਭਰਿਆ ਭੁਰਿਆ ਪਿਆ ਮੈਂ ਉਸ ਦੀ ਮੌਜੂਦਗੀ ਦੇ ਨਾਲ, ਤੇ ਮੇਰੀ ਖਿੰਥਾ ਵੀ ਭਰੀ ਹੋਈ ਹੈ ਤੇ ਮੇਰੀ ਝੋਲੀ ਵੀ ਭਰੀ ਹੋਈ ਹੈ। ਇਹ ਮੈਨੂੰ ਘਰ ਘਰ ਜਾ ਕੇ ਮੰਗ ਕੇ ਭਰਨ ਦੀ ਲੋੜ ਨਹੀਂ ਹੈ। ਤੇ ਇਹਦੇ ਨਾਲ ਇਸ ਸ਼ਬਦ ਦੇ ਉਂਗਲ ਫੜ ਕੇ ਮੇਰਾ ਕਾਮ ਕ੍ਰੋਧ ਅਹੰਕਾਰ ਨਿਵਰ ਗਿਆ ਹੈ, ਦੂਰ ਹੋ ਗਿਆ ਹੈ। ਤਾਂ ਇਹਦੇ ਜਿਹੜੀ ਮੇਰੇ ਅੰਤਰ, ਮੇਰੇ ਸ਼ਬਦ ਹਰ ਸਮੇਂ ਉਸ ਦੀ ਮੈਂ ਅਗਵਾਈ ਲੈਣਾ ਹਾਂ, ਉਹ ਜਾਣ ਜਿਵੇਂ ਮੈਂ ਮੁੰਦਰਾ ਪਾਈਆਂ ਹੋਈਆਂ ਨੇ। ਤੇ ਇਹ ਉਸ ਜੋਗੀ ਦਾ ਜਵਾਬ ਹੈ ਜਿਹੜਾ ਉਹਨੂੰ ਕਹਿੰਦਾ ਕਿ ਇਨ ਬਿਦ ਮਨ ਸਮਝਾਈਏ ਪੁਰਖਾ। ਇਹਦੇ ਨਾਲ ਤੇ ਗੁਰੂ ਸਾਹਿਬ ਨੇ ਮਨ ਨੂੰ ਤੇ ਲੈ ਕੇ ਸਾਰੀ ਗੱਲ ਦੱਸੀ ਕਿ ਮਨ ਨੇ ਹੀ, ਮਨ ਨੂੰ ਕਾਬੂ ਕਰਕੇ ਹੀ ਉਹ ਜਿਹੜਾ ਅਸਲ ਦਰਸ਼ਨ, ਅੰਤਰੀਵੀ ਦਰਸ਼ਨ ਹੈ, ਦਰਸ਼ਨ ਭੇਖ ਕਰੋ, ਉਹ ਜਿਹੜਾ ਭੇਖ ਅੰਤਰੀਵੀ ਹੈ। ਤੁਸੀਂ ਸਵਾ ਸਿਰ ਤੇ ਮਲ ਲਈ, ਪਿੰਡੇ ਤੇ ਮਲ ਲਈ, ਟਿੱਕੇ ਲਾ ਲਏ, ਟੋਪੀ ਪਾ ਲਈ, ਮੁੰਦਰਾਂ ਪਾ ਲੀਆਂ, ਖਿੰਥਾ ਪਾ ਲਈ, ਝੋਲੀ ਪਾ ਲਈ, ਇਹ ਬਾਹਰੀ ਹੈ ਸਾਰਾ। ਆ ਸਾਰਾ ਕੁਝ ਅੰਤਰੀਵੀ ਹੋ ਸਕਦਾ ਹੈ। ਤੇ ਉਸ ਦੇ ਨਾਲ ਅਸਲ ਆਈ ਪੰਥੀ ਉਹ ਉਸ ਮਨ ਦੇ ਹੋੜਨ ਨੂੰ ਦਾ ਵਾਲਾ ਜਿਹੜਾ ਰਸਤਾ ਹੈ, ਉਹ ਗੁਰੂ ਸਾਹਿਬ ਨੇ ਉੱਤਰ ਰੂਪ ਵਿੱਚ ਉਹਨਾਂ ਜੋਗੀਆਂ ਨੂੰ ਦਰਸਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ, ਧੰਨਵਾਦ ਡਾਕਟਰ ਸਾਹਿਬ। ਗੁਰੂ ਸਾਹਿਬ ਨੇ ਜਿਹੜੇ ਸਿੱਧਾਂ ਦੇ ਨਾਲ ਸਵਾਲ ਜਵਾਬ ਹੋਈ ਉਹਨਾਂ ਨੂੰ ਇੱਕ ਵਾਰਤਾ ਰੂਪ ਦੇ ਵਿੱਚ ਸਾਡੀ ਸਮਝ ਵਾਸਤੇ, ਵੀ ਸਾਨੂੰ ਸੌਖੀ ਗੱਲ ਸਮਝ ਆ ਜਾਵੇ, ਬੜੀਆਂ ਇਹਦੇ ਵਿੱਚ ਬੇਸਿਕ ਜਿਹੜੇ ਸਵਾਲ ਤੇ ਬੇਸਿਕ ਕੁਐਸਚਨ ਜਿਹੜੇ ਉਹਦੇ 'ਚ ਉਠਾਏ ਨੇ। ਜਿਵੇਂ ਇਸ ਤਿੰਨਾਂ ਪਦਿਆਂ ਦੇ ਵਿੱਚ ਇੱਕ ਮੋਟੀ ਜੀ ਗੱਲ ਹੈਗੀ, ਸਵਾਲ ਜਿਹੜਾ ਇਹ ਹੈਗਾ ਕਿ ਇਨ ਬਿਦ ਮਨ ਸਮਝਾਈਏ ਪੁਰਖਾ। ਕਿਨ ਬਿਦ? ਵੀ ਤੁਸੀਂ ਜੋਗੀ ਬਣ ਜਾਓ, ਝੋਲੀ ਫੜ ਲਓ, ਖਿੰਥਾ ਪਾ ਲਓ ਤੇ ਸਾਡੇ ਆਈ ਪੰਥੀ ਨੂੰ ਸਰਵਸ਼੍ਰੇਸ਼ਟ ਮੰਨੋ। ਹੁਣ ਦੇਖੋ, ਸਾਡੀ ਵੀ ਮੈਂ ਜਦੋਂ ਆਪਣੇ ਵੱਲ ਤੇ ਗੱਲ ਲਾ ਕੇ ਤੁਰਦਾ ਵਾਂ ਤਾਂ ਮੈਨੂੰ ਲੱਗਦਾ ਵੀ ਅਸੀਂ ਵੀ ਬਹੁਤ ਵਾਰੀ ਸਰੀਰਕ ਪੱਧਰ ਦੇ ਉੱਤੇ ਗੱਲਾਂ, ਜਾਂ ਆਪਣੇ ਜਥੇਬੰਦਕ ਪੱਧਰ ਤੇ, ਜਾਂ ਧਾਰਮਿਕ ਰਹੁ ਰੀਤਾਂ ਦੇ ਬਾਹਰਲੀ ਮਰਜ਼ਾਦਾ ਦੇ ਪੱਧਰ ਤੇ ਹੀ ਗੱਲਾਂ ਕਰਦੇ ਰਹਿੰਦੇ ਆ। ਤੇ ਪਰ ਜੇ ਗੁਰਬਾਣੀ ਨੂੰ ਆਪਾਂ ਧਿਆਨ ਨਾਲ ਵਾਚਦੇ ਹਾਂ, ਗੁਰੂ ਸਾਹਿਬ ਬਹੁਤੀ ਵਾਰੀ ਗੱਲ ਜਿਹੜੀ ਬਹੁਤੀ ਵਾਰੀ ਕੀ ਹਰ ਵਾਰੀ ਗੱਲ ਜਾਂ ਤੇ ਆਤਮਿਕ ਪੱਧਰ ਤੇ ਕਰਦੇ ਨੇ, ਮਨ ਦੇ ਪੱਧਰ ਦੀ ਗੱਲ ਕਰਦੇ ਨੇ, ਤੇ ਅਕਾਲ ਪੁਰਖ ਦੀ ਗੱਲ ਕਰਦੇ ਨੇ। ਮਤਲਬ ਇਹਦੇ ਤੋਂ ਬੜੀ ਸਿੰਪਲ ਜੀ ਗੱਲ ਬਣਦੀ ਹੈ ਵੀ ਆਪਾਂ ਜੀਣਾ ਜਿਹੜਾ ਹੈ ਉਹ ਬਾਹਰੀ ਪੱਧਰ ਤੇ ਹੀ ਹੈ, ਸਥੂਲ ਰੂਪਾਂ ਦੇ ਵਿੱਚ ਹੀ ਜੀਣਾ ਹੈ। ਪਰ ਸਾਡਾ ਜਿਹੜਾ ਅੰਤਰੀਵ ਮਨ ਜਿਹੜਾ ਹੈ, ਅਸੀਂ ਜਿਹੜਾ ਹੈ ਉਹ ਜਿਹੜਾ ਮਾਨਸਿਕ ਪੱਧਰ ਦੇ ਉੱਤੇ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਜੀਣਾ ਹੈ। ਆਪਣੇ ਮਾਨਸਿਕ ਪੱਧਰ ਤੇ ਅਸੀਂ ਇੱਕ ਬ੍ਰਹਿਮੰਡੀ ਸੋਚ ਦੇ ਨਾਲ, ਇੱਕ ਵੱਡੇ ਦਾਇਰੇ ਦੀ ਸੋਚ ਰੱਖ ਕੇ ਜੀਣਾ ਹੈ। ਜਿਵੇਂ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਗੁਰਮੁਖੇ ਬੁਝੇ, ਗੁਰੂ ਵੱਲ ਮੁਖ ਕਰਕੇ। ਗੁਰੂ ਮਤਲਬ ਗੁਰਬਾਣੀ, ਗਿਆਨ, ਉਹਦੇ ਤੋਂ ਗੱਲ ਸਮਝ ਕੇ ਆਪਾਂ ਯੋਗ ਦੀ ਜੁਗਤ ਪਾ ਸਕਦੇ ਹਾਂ, ਬਾਹਰਲੀਆਂ ਰਹਿਤਾਂ ਨਾਲ ਨਹੀਂ, ਭਾਵੇਂ ਉਹ ਜੋਗੀ ਦੀਆਂ ਹੋਣ, ਭਾਵੇਂ ਸਾਡੀਆਂ ਹੋਣ, ਭਾਵੇਂ ਕਿਸੇ ਹੋਰ ਦੀਆਂ ਹੋਣ। ਸੋ ਮੁਦਰਾ ਕਿਹੜੀ? ਅੰਤਰ ਸ਼ਬਦ ਨਿਰੰਤਰ, ਮੇਰਾ ਮਨ ਜਿਹੜਾ ਹੈ ਨਿਰੰਤਰ ਸ਼ਬਦ ਦੇ ਵਿੱਚ ਖੁੱਭਿਆ ਰਵੇ ਤੇ ਹਉਮੈ ਮਮਤਾ ਦੂਰ ਕਰੀ। ਜੇ ਮੈਂ ਹਰ ਵੇਲੇ ਸ਼ਬਦ ਦੇ ਵਿੱਚ ਖੁੱਭਿਆ ਤੇ ਸ਼ਬਦ ਕਿਹਦਾ ਲਖਾਇਕ ਹੈ? ਸ਼ਬਦ ਉਸ ਬ੍ਰਹਿਮੰਡ ਦਾ, ਉਸ ਬ੍ਰਹਿਮੰਡੀ ਜੋਤ, ਉਸ ਪਾਵਰ ਦਾ ਜਿਹੜੀ ਇਹਦੇ ਵਿੱਚ ਵਿਚਰ ਰਹੀ ਹੈ, ਜਿਹਦੇ ਕਣ ਕਣ ਦੇ ਵਿੱਚ ਵਿਚਰ ਰਹੀ ਹੈ। ਸ਼ਬਦ ਉਹਦਾ ਲਖਾਇਕ ਹੈ ਤੇ ਮੈਂ ਹਰ ਵੇਲੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਾਂਗਾ ਤੇ ਇਹ ਮੇਰੀ ਮੁਦਰਾ ਬਣ ਜਾਏਗੀ। ਤੇ ਇਹਦੇ ਨਾਲ ਮੇਰੀ ਹਉਮੈ ਮਮਤਾ ਜਿਹੜੀ ਦੂਰ ਹੋ ਸਕਦੀ ਹੈ। ਕਾਮ ਕ੍ਰੋਧ ਅਹੰਕਾਰ ਨਿਵਾਰੇ, ਗੁਰ ਕੈ ਸ਼ਬਦ ਸੋ ਸਮਝ ਪਰੀ। ਇਹ ਸਾਨੂੰ ਸ਼ਬਦ ਦੇ ਨਾਲ ਸਮਝ ਪੈਣੀ ਹੈ। ਮੈਂ ਬੇਨਤੀ ਕਰਦਾ ਅਮਤੇਸ਼ਵਰ ਸਿੰਘ ਜੀ, ਉਹ ਇਹਦੇ ਵਿੱਚੋਂ, ਇਸ ਸ਼ਬਦ ਦੇ ਵਿੱਚੋਂ ਕਿਹੜੀ ਗੱਲ ਜਿਹੜੀ ਆ ਉਹਨਾਂ ਨੂੰ ਸਮਝ ਆਈ ਹੈ, ਉਹ ਸਾਡੇ ਨਾਲ ਮੋਟੇ ਰੂਪ ਦੇ ਵਿੱਚ ਸਾਂਝੀ ਕਰਨਗੇ ਜੀ। ਉਸ ਤੋਂ ਬਾਅਦ ਪ੍ਰੋਫੈਸਰ ਬੀਰ ਵਿਕਰਮ ਸਿੰਘ ਜੀ ਸਾਡੇ 'ਚ ਮੌਜੂਦ ਨੇ ਅੱਜ। ਜੇ ਵੀਡੀਓ ਔਨ ਕਰ ਸਕਦੇ ਆ ਤੇ ਵੀਰ ਜੀ ਕਰ ਲਓ, ਨਹੀਂ ਤੇ ਅਮਤੇਸ਼ਵਰ ਜੀ ਗੱਲ ਕਰੋ ਤੁਸੀਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो बेसिक जो तिना पौड़ियां विच है, जो गल उसर रही है, जो दिख रही मैनू जो गल उसर रही कि असी साडा एक धार्मिक
ਧਾਰਮਿਕ ਅਸੀਂ ਸ਼ੋਅ ਕਰਦੇ ਹਾਂ, ਸਾਡਾ ਧਾਰਮਿਕ ਸ਼ੋਅ ਪੁਣਾ ਜ਼ਿਆਦਾ ਹੈ। ਸਾਡਾ ਸ਼ੋਅ ਕਰਨਾ ਕਿ ਜੀ ਅਸੀਂ ਬਹੁਤ ਧਾਰਮਿਕ ਹਾਂ, ਚਾਹੇ ਉਹ ਜੋਗੀਆਂ ਦਾ, ਚਾਹੇ ਉਹ ਸਾਡਾ ਹੈ। ਕਿਉਂਕਿ ਮੈਂ ਕਿਧਰੇ ਨਾ ਕਿਧਰੇ ਸਮਝਦਾ ਕਿ ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈਗੀ ਹੈ। ਜੇ ਇਹ ਗੱਲ ਸਿੱਧਾ ਨਾਲ ਹੈ ਕਿ ਇੱਥੇ ਗੁਰੂ ਸਾਹਿਬ ਨੇ ਜਿਹੜੇ ਵੀ ਇੱਥੇ ਗੱਲ ਕੀਤੀ ਹੈਗੀ ਹੈ, ਉਹ ਨਿਰਾਕਾਰੀ ਗੱਲ ਹੈਗੀ ਆ। ਉਹ ਨਿਰਾਕਾਰੀ ਰਹਿਤ ਕਹਿ ਲਈਏ ਸਾਡੀ ਭਾਸ਼ਾ ਦੇ ਵਿੱਚ, ਤੇ ਜਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਸ ਤਰ੍ਹਾਂ ਗੁਰੂ ਸਾਹਿਬ ਗੱਲ ਕਰ ਰਹੇ ਹੈਗੇ ਸੀ, ਉਹਨਾਂ ਦੀ ਟਰਮੀਨੋਲੋਜੀਸ ਯੂਜ਼ ਕਰ ਰਹੇ ਹੈਗੇ ਸੀ ਜੀ, ਮੁਦਰਾ, ਝੋਲੀ, ਖੱਪਰ, ਟੋਪੀ, ਖਿੰਥਾ, ਇਹ ਉਹਨਾਂ ਦੀ ਟਰਮੀਨੋਲੋਜੀ ਸੀ, ਕੁਝ ਸਾਡੀ ਟਰਮੀਨੋਲੋਜੀਸ ਹੈਗੀਆਂ। ਪਰ ਇਹਨਾਂ ਇਹ ਸਰੀਰਕ ਰਹਿਤਾਂ ਅਸੀਂ ਕਿਸੇ ਹੱਦ ਤੱਕ ਜ਼ਰੂਰੀ ਹਨ, ਪਰ ਇਹ ਪ੍ਰਾਇਮੋਰਲ ਫੋਕਸ ਬਣ ਜਾਂਦਾ ਹੈਗਾ ਸਾਡਾ, ਜੋ ਮੈਂ ਸਮਝਦਾ ਹੈਗਾ। ਇਹ ਸਾਡਾ ਪ੍ਰਾਇਮੋਰਲ ਫੋਕਸ ਬਣ ਜਾਂਦਾ ਹੈਗਾ ਕਿ ਜੇ ਅਸੀਂ ਇਹਨਾਂ ਸਰੀਰਕ ਰਹਿਤਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਐਸਿਮੀਲੇਟ ਕਰ ਲਿਆ, ਆਪਣੇ ਆਪ ਨੂੰ ਉਹਦੇ ਨਾਲ ਬੰਨ੍ਹ ਲਿਆ, ਤੇ ਜੀ ਅਸੀਂ ਸਾਡਾ ਮਨ ਜਿਹੜਾ ਹੈਗਾ ਉਹ ਕਾਬੂ ਵਿੱਚ ਹੋ ਜਾਏਗਾ। ਕਿਉਂਕਿ ਮੇਨ ਸਵਾਲ ਇਹੀ ਹੈ ਕਿ ਇਨ ਬਿਧ ਮਨ ਸਮਝਾਈਆ ਪੁਰਖਾ, ਬਾਹੁੜ ਚੋਟ ਨਾ ਖਾਈਆ। ਮਨ ਸਮਝ ਜਾਵੇ, ਪਰ ਮਨ ਸਦਾ ਮਨ ਨਿਰਾਕਾਰੀ ਹੈ ਤੇ ਸਮਝੇਗਾ ਵੀ ਨਿਰਾਕਾਰੀ ਗਿਆਨ ਦੇ ਨਾਲ ਹੀ, ਵਾਹ, ਆਕਾਰੀ ਸਰੂਪ ਵਿੱਚ ਸਮਝੇਗਾ ਨਹੀਂ, ਕੀ ਬਾਤ। ਮਨ ਤੇ ਨਿਰਾਕਾਰੀ ਹੈ। ਤੋ ਮਨ ਜੇ ਨਿਰਾਕਾਰੀ ਹੈ ਤੇ ਫਿਰ ਇਹਨੂੰ ਇਹਦੀ ਰਹਿਤ, ਇਹਦੀ ਰਹਿਣੀ ਬਹਿਣੀ, ਇਹਦਾ ਚਾਲ ਚਲਨ, ਇਸਦੀ ਗੱਲਬਾਤ ਇਹ ਵੀ ਨਿਰਾਕਾਰੀ ਹੋਵੇਗੀ। ਇਹ ਜਿਸ ਤਰ੍ਹਾਂ ਜੋਗੀਆਂ ਨਾਲ ਗੱਲ ਕਰ ਰਹੇ ਨੇ ਗੁਰੂ ਸਾਹਿਬ ਕਿ ਜੀ ਤੁਸੀਂ ਕਹਿੰਦੇ ਹੈਗੇ ਹੋ ਕਿ ਜੇ ਇਹ ਬਾਹਰਲੀ ਤੁਸੀਂ ਰਹਿਤਾ ਰੱਖੋਗੇ ਜੀ, ਤੁਸੀਂ ਇਹ ਬਾਹਰਲੀ ਸਰੀਰਕ ਕਿਰਿਆਵਾਂ ਕਰੋਗੇ, ਇਹ ਬਾਹਰਲੀ ਤੁਸੀਂ ਕਰਮ ਕਾਂਡ ਕਰੋਗੇ, ਕਰਮ ਵੀ ਨਹੀਂ ਕਰਮ ਕਾਂਡ, ਕਿਉਂਕਿ ਇੱਕ ਤੇ ਹੈ ਕਰਮ, ਪਰ ਜਿਹਨਾਂ ਬਾਰੇ ਪਤਾ ਵੀ ਨਹੀਂ ਉਹ ਬਣ ਗਏ ਕਰਮ ਕਾਂਡ। ਜਿਹੜੇ ਕਰਮ ਕਰ ਰਹੇ ਆ ਪਰ ਮੈਨੂੰ ਉਹਦੀ ਕੋਈ ਸੋਝ ਹੀ ਨਹੀਂ, ਬਣ ਗਏ ਕਰਮ ਕਾਂਡ। ਤੋ ਕਰਮ ਕਾਂਡ ਕਰੋਗੇ ਜੀ ਤੇ ਤੁਹਾਡਾ ਮਨ ਸਮਝ ਜਾਏਗਾ, ਮਨ ਸਥਿਰ ਹੋ ਜਾਏਗਾ। ਇਹ ਇੱਕ ਬੜੀ ਪੁਰਾਣਾ ਇੱਕ ਮਿਥ ਚੱਲਿਆ ਆਂਦਾ ਹੈਗਾ, ਇਹ ਬੜਾ ਪੁਰਾਣਾ ਤੇ ਹਜੇ ਤੱਕ ਪ੍ਰੀਵੇਲ ਕਰਦਾ ਹੈਗਾ। ਤੇ ਇਹਦੇ ਤੇ ਹੀ ਤਾਂਹੀਓ ਗੁਰੂ ਸਾਹਿਬ ਦੀ ਇਹ ਗੱਲ ਹੈਗੀ ਹੈ ਕਿ ਬਈ ਇਨ ਬਿਧ ਮਨ ਸਮਝਾਈਆ ਪੁਰਖਾ, ਉਹਨਾਂ ਦੇ ਮੁਤਾਬਿਕ ਸਰੀਰਕ ਹੈ, ਆਕਾਰੀ ਤਰੀਕੇ ਨਾਲ ਸਮਝ ਆਏਗਾ, ਪਰ ਨਹੀਂ, ਇਹ ਜਿਹੜਾ ਸਮਝੇਗਾ ਨਾ ਮਨ, ਨਾਨਕ ਗੁਰਮੁਖ ਨਾਮ ਸਮਾਲ। ਗੁਰੂ ਨਾਨਕ ਸਾਹਿਬ ਦੀ ਟਰਮੀਨੋਲੋਜੀਸ, ਗੁਰੂ ਨਾਨਕ ਸਾਹਿਬ ਦਾ ਜੋ ਨਜ਼ਰੀਆ ਗੱਲ ਕਰਨ ਦਾ ਹੈ ਨਾ, ਜੋ ਮੇਰੇ ਹਜੇ ਤੱਕ ਸਮਝਣ ਵਿੱਚ ਆਇਆ ਹੈ ਕਿ ਗੁਰੂ ਸਾਹਿਬ, ਜੇ ਤੁਸੀਂ ਜਿਸ ਤਰ੍ਹਾਂ ਨਾਲ ਵੀ ਗੁਰੂ ਸਾਹਿਬ ਨਾਲ ਅੱਗੇ ਗੱਲ ਕਰਦੇ ਹੋ, ਉਹਨੂੰ ਨਾਮ ਨੂੰ ਉਸੇ ਤਰ੍ਹਾਂ ਹੀ, ਉਸੇ ਟਰਮੀਨੋਲੋਜੀਸ ਨੂੰ ਯੂਜ਼ ਕਰਕੇ ਹੀ ਨਾਮ ਦੀ ਪਰਿਭਾਸ਼ਾ ਵੀ ਦੇਣਗੇ, ਨਾਮ ਦਰਸਾਉਣਗੇ ਵੀ, ਕਿਉਂਕਿ ਇਵੈਂਚੁਅਲੀ ਗੱਲ ਸਾਰੀ ਨਾਮ ਤੇ ਹੈ। ਤੇ ਨਾਨਕ ਗੁਰਮੁਖ ਨਾਮ ਸੰਭਾਲ, ਗੁਣਾਤਮਿਕ ਚੇਤਨ ਸੱਤਾ ਸੰਭਾਲਣ ਦੇ ਉੱਪਰ ਹੈਗੀ ਆ। ਤੋ ਇਹ ਜਿਹੜੇ ਗੱਲ ਹੋਈ ਆ ਕਿ ਜੀ ਇਸ ਤਰ੍ਹਾਂ ਕਰੋ ਜੀ, ਤੁਸੀਂ ਇਹ ਪਾਓ, ਤੁਸੀਂ ਇਹ ਮੁਦਰਾ ਪਾਓ, ਨਹੀਂ, ਅੰਤਰ ਸ਼ਬਦ ਨਿਰੰਤਰ ਮੁਦਰਾ ਪਾਓ, ਨਹੀਂ ਜੀ, ਤੁਸੀਂ ਇਹ ਵਾਲੀ ਖਿੰਥਾ ਪਾਓ ਜੀ, ਨਹੀਂ ਜੀ, ਖਿੰਥਾ ਝੋਲੀ ਭਰਪੂਰ ਰਹੇ ਨਾਨਕ ਤਾਰਾ ਇਹ ਖਰੀ, ਨਹੀਂ ਜੀ, ਫਿਰ ਤੁਸੀਂ ਜੀ ਇਹ ਖੱਪਰ ਲਓ, ਨਹੀਂ ਜੀ, ਊਂਧੋ ਖੱਪਰ, 5 ਫੂਟ ਟੋਪੀ, ਕਾਇਆ ਕੜਾਸਣ ਬਣ ਜਾ ਗੋਟੀ, ਸਤ ਸੰਜੋਗ ਸੰਜਮ ਹੈ ਨਾਲ। ਅੱਛਾ, ਇਹਨਾਂ ਸਾਰੀਆਂ ਰਹਿਤਾਂ ਦਾ ਵਿਖਿਆਨ ਕਰਕੇ ਵੀ ਨਾ ਇੱਕ ਸਭ ਤੋਂ ਇੱਕ ਹੋਰ ਗੱਲ, ਇੱਕ ਹੋਰ ਨੁਕਤਾ ਇੱਕ ਨਜ਼ਰ ਆ ਰਿਹਾ ਸੀ ਜੀ ਕਿ ਸਤ ਸੰਤੋਖ ਸੰਜਮ ਹੈ ਨਾਲ। ਇੱਕ ਸਾਡੀ ਨਾ ਬੜੀ ਇੱਕ ਟੈਂਡੈਂਸੀ ਹੁੰਦੀ ਹੈਗੀ ਹੈ ਜੀ ਕਿ ਸਾਨੂੰ ਬੜੀ ਨੌਲੇਜ ਹੈਗੀ ਹੈ ਤੇ ਸਾਡੇ ਮਗਰ ਲੋਕ ਲੱਗਣ। ਧਾਰਮਿਕ ਪਹਿਨਾਵਾ ਪਾਉਣ ਦੇ ਮਗਰ ਸਭ ਤੋਂ ਵੱਡਾ ਇੱਕ ਟੈਂਡੈਂਸੀ ਜੋ ਹੈਗੀ ਹੈ ਕਿ ਜੀ ਇਹ ਤੁਸੀਂ ਬੜੇ ਜੀ ਧਾਰਮਿਕ ਹੈਗੇ ਹੋ ਤੇ ਤੁਹਾਡੇ ਕੋਲ ਤੇ ਬੜੇ ਹੀ ਤੁਸੀਂ ਲੱਗਦਾ ਜੀ ਤੁਸੀਂ ਬੜੇ ਜੁੜੇ ਹੋਏ ਹੋ, ਤੁਸੀਂ ਬੜੇ ਹੀ ਇਸ ਤਰ੍ਹਾਂ ਯਾਤਰਾ ਕਰਨ ਵਾਲੇ ਹੋ, ਤੁਸੀਂ ਇਹ ਕਰਦੇ ਹੋ, ਤੁਸੀਂ ਉਹ ਕਰਦੇ ਹੋ, ਤੁਸੀਂ ਤੇ ਬੜੇ ਧੰਨ ਹੈਗੇ ਹੋ। ਇੱਕ ਲੋਕ ਲੱਜਾ ਚਾਹੀਦੀ ਹੈਗਾ, ਇੱਕ ਮੈਨੂੰ ਪਿੱਛੇ ਆਪਣੀ ਇੱਕ ਫੈਨ ਫੋਲੋਇੰਗ ਚਾਹੀਦੀ ਹੈਗੀ, ਸੌਰਟ ਆਫ, ਜੇ ਮੈਂ ਇੱਕ ਸਰਲ ਲਫ਼ਜ਼ ਵਰਤਾਂ, ਫੈਨ ਫੋਲੋਇੰਗ ਚਾਹੀਦੀ ਹੈਗੀ ਆ ਸਾਨੂੰ। ਸਾਡੇ ਇੱਕ ਚੇਲੇ ਚਪਾਟੇ ਚਾਹੀਦੇ ਹੈਗੇ ਮਗਰ ਕਿ ਹਾਂ ਵੀ ਸਾਡੇ ਕੋਈ ਨਾਲ ਹਰ ਵੇਲੇ ਇੱਕ ਨਿਰੰਤਰ ਵਾਹਵਾਹੀ ਹੋਵੇ। ਤੋ ਜੇ ਇਹ ਅੰਦਰਲੀ ਨਿਰਾਕਾਰੀ ਕਿਰਿਆਵਾਂ ਕਰਦੇ ਹੋਏ ਵੀ
ਨਿਰਾਕਾਰੀ ਕਿਰਿਆਵਾਂ ਕਰਦੇ ਹੋਏ ਕਿਧਰੇ ਇਹ ਨਾ ਮਨ ਵਿੱਚ ਆ ਜਾਏ ਜੀ ਦੇਖੋ ਮੈਂ ਤੇ ਰਹਿਤ ਰੱਖੀ ਹੈ, ਉਹ ਵੀ ਗੁਰਬਾਣੀ ਦੇ ਅਨੁਸਾਰ ਜੋ ਨਿਰਾਕਾਰੀ ਰਹਿਤ ਹੋਣੀ ਚਾਹੀਦੀ ਹੈ ਕਿ ਮੈਂ ਨਿਰਾਕਾਰੀ ਰਹਿਤ ਰੱਖ ਰਿਹਾ ਹਾਂਗਾ, ਪਰ ਕਿਧਰੇ ਉਹ ਵੀ ਨਾ ਅੰਦਰ ਆ ਜਾਵੇ, ਇੱਕ ਟੈਂਡੈਂਸੀ ਨਾ ਆ ਜਾਵੇ ਇੱਕ ਆਪਣੇ ਅੰਦਰ ਚੇਲਿਆਂ ਦੀ। ਸਤ, ਸੰਤੋਖ, ਸੰਜਮ ਹੈ ਨਾਲ, ਇਹ ਤਿੰਨਾਂ ਦੇ ਨਾਲ ਆਪਣੇ ਇਹ ਚੇਲੇ ਜਿਹੜੇ ਹੈਗੇ ਨਾ, ਇਹ ਵੀ ਗੁਰੂ ਸਾਹਿਬ ਨੇ ਡਿਫਾਈਨ ਕਰਤੇ ਦੇ ਦਿੱਤੇ ਤੁਹਾਨੂੰ। ਸਤ, ਸੰਤੋਖ ਤੇ ਸੰਜਮ। ਸਤ ਵਿੱਚ ਰਹੇ ਹਰ ਵੇਲੇ ਸਤਨਾਮ ਨਾਲ ਰਹੇ, ਸੰਤੋਖ ਵਿੱਚ ਰਹੇ, ਸ਼ੁਕਰ ਵਿੱਚ ਰਹੇ, ਸੰਜਮ ਵਿੱਚ ਰਹੇ। ਇਹ ਨਹੀਂ ਕਿ ਪ੍ਰਗਟਾਵਾ ਹੀ ਕਰ ਦੇਵੇ ਹਰ ਵਾਰੀ ਆ ਕੇ ਸ਼ੋਅ ਕਰੇ ਕਿ ਜੀ ਦੇਖੋ ਜੀ ਮੈਂ ਵੱਡਾ, ਜਾਂ ਮੈਨੂੰ ਪਤਾ, ਮੈਨੂੰ ਜ਼ਿਆਦਾ ਪਤਾ ਹੈਗਾ, ਮੈਂ ਇਸ ਤਰ੍ਹਾਂ ਮੈਂ ਉਸ ਤਰ੍ਹਾਂ। ਦੇਖੋ ਗੁਰੂ ਸਾਹਿਬ ਇਵੈਂਚੁਅਲੀ ਫਿਰ ਗੱਲ ਫਿਰ ਇਹਦੀ ਦੁਬਾਰਾ ਮੈਂ ਆ ਜਾਵਾਂ ਕਿ ਨਾਨਕ ਗੁਰਮੁਖ ਨਾਮ ਸੰਭਾਲ ਤੇ ਗੱਲ ਹੈ ਸਾਰੀ। ਇਹ ਨਾਮ ਸੰਭਾਲਿਆ ਕਿਸ ਤਰ੍ਹਾਂ ਜਾਵੇ, ਮੇਰੀ ਨਿਰਾਕਾਰੀ ਕਿਰਿਆਵਾਂ ਕਿਸ ਤਰ੍ਹਾਂ ਦੀ ਹੋਣ, ਤੇ ਮੇਰੇ ਨਿਰਾਕਾਰੀ ਜੇ ਮੈਂ ਜਿਸ ਤਰ੍ਹਾਂ ਦੀ ਫੈਨ ਫਾਲੋਇੰਗ ਬਣੀ ਜਾਂਦੀ ਹੈਗੀ ਆ, ਮੇਰੇ ਚੇਲੇ ਜਿਸ ਤਰ੍ਹਾਂ ਦੇ ਅਸੀਂ ਚਾਹੁੰਦੇ ਹੈਗੇ ਕਿ ਸਾਡੇ ਮਗਰ ਵੀ ਕੋਈ ਲੱਗੇ, ਤੇ ਇਹ ਲੱਗੇ ਸਾਡੇ ਮਗਰ ਸਤ, ਸੰਤੋਖ, ਸੰਜਮ। ਇਹ ਸਤ, ਸੰਤੋਖ, ਸੰਜਮ ਲੱਗ ਜਾਵੇ ਤਾਂ ਕਿ ਇਹ ਨਿਰਾਕਾਰੀ ਕਿਰਿਆਵਾਂ ਨਿਰੰਤਰ ਚੱਲਣ। ਅੰਤਰ ਸ਼ਬਦ, ਨਿਰੰਤਰ ਮੁਦਰਾ, ਇਹ ਅੰਤਰ ਨਿਰੰਤਰ ਕਿਰਿਆਵਾਂ ਚੱਲਣ ਇਹ ਵਾਲੀਆਂ, ਤਾਂ ਕਿ ਨਾਨਕ ਗੁਰਮੁਖ ਨਾਮ ਸੰਭਾਲ ਇਹ ਕਿਰਿਆ ਨਿਰੰਤਰ ਹੁੰਦੀ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਅਮਤੇਸ਼ਵਰ ਜੀ। ਮੇਰੇ ਮਨ 'ਚ ਇੱਕ ਹੋਰ ਗੱਲ ਆ ਰਹੀ ਵੀ ਗੁਰੂ ਸਾਹਿਬ ਨੇ ਹਮੇਸ਼ਾ ਹੀ ਜਿਹੜੀਆਂ ਬਾਹਰੀ ਰਹਿਣੀ ਬਹਿਣੀ ਵਾਲੀਆਂ ਚੀਜ਼ਾਂ ਨੇ, ਭਾਵੇਂ ਉਹ ਨਮਾਜ਼ ਹੈ, ਭਾਵੇਂ ਉਹ ਜਨੇਊ ਹੈ, ਭਾਵੇਂ ਉਹ ਜੋਗੀਆਂ ਦਾ ਹੈ, ਇਹਨਾਂ ਨੂੰ ਮੀਨਿੰਗਫੁਲ ਬਣਾਉਣ ਦੀ ਗੱਲ ਕੀਤੀ ਹੈ। ਇਹ ਬੜਾ ਨੁਕਤਾ ਮੈਨੂੰ ਇਹ ਚੇਤੇ ਆਇਆ, ਮੈਂ ਬੜੇ ਟਾਈਮਲੀ ਚੇਤੇ ਆ ਗਿਆ ਵੀ ਇਹਨੂੰ ਕਈ ਵਾਰੀ ਸਾਨੂੰ ਇਹ ਲੱਗਦਾ ਕਿ ਸ਼ਾਇਦ ਗੁਰੂ ਸਾਹਿਬ ਨੇ ਇਹਦਾ ਵਿਰੋਧ ਕਰਤਾ ਹੈ, ਖੰਡਨ ਕਰਤਾ ਹੈ, ਜਾਂ ਉਹ ਮਤਲਬ ਇਹ ਸ਼ਬਦ ਵਰਤ ਜਾਂਦੇ ਆ। ਚਲੋ ਇਹ ਵੀ ਲਿਆ ਜਾ ਸਕਦਾ ਹੈ, ਪਰ ਜਦੋਂ ਅਸੀਂ ਬਾਣੀ ਨੂੰ ਵਿਚਾਰਦੇ ਹਾਂ ਤੇ ਉਹਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਇਹ ਜਿਹੜੀਆਂ ਬਾਹਰੀ ਰਹਿਤਾਂ ਬਹਿਤਾਂ ਨੇ, ਬਾਹਰੀ ਜਿਹੜੇ ਅਸੀਂ ਕਿਰਿਆਵਾਂ ਕਰਦੇ ਹਾਂ ਨਾ, ਉਹਨਾਂ ਨੂੰ ਉਹਦੇ ਅਸਲ ਭਾਵ ਦੇ ਨਾਲ, ਮਾਨਸਿਕ ਪੱਧਰ ਦੇ ਨਾਲ ਜੋੜਿਆ ਵੀ ਇਹ ਮੀਨਿੰਗਫੁਲ ਹੋ ਜਾਣ, ਇਹ ਮੀਨਿੰਗਫੁਲ ਹੋ ਜਾਣ। ਜਿਵੇਂ ਜਨੇਊ ਦੀ ਵੀ ਗੱਲ ਕੀਤੀ ਹੈ ਵੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਵੇਂ ਹੀ ਹੈ ਹੁਣ ਭਾਈ ਵੀ ਖਿੰਥਾ ਇਦਾਂ ਦੀ, ਕਾਇਆ ਕੜਾਸਣ ਇਦਾਂ ਦੀ, ਮਨ ਜਗੋਟੀ ਕਰ ਲੈ। ਸੋ ਇਹਦੇ ਤੋਂ ਸਾਨੂੰ ਮਤਲਬ ਆਪਣੇ ਵਾਸਤੇ ਵੀ ਇਹ ਲੈਸਨ ਮਿਲਦਾ ਵੀ ਜੇ ਅਸੀਂ ਵੀ ਜਿਹੜੀਆਂ ਬਾਹਰੀ ਰਹਿਤਾਂ ਰੱਖਦੇ ਹਾਂ, ਜਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਬਾਹਰੀ ਕਿਰਿਆਵਾਂ ਦੀਆਂ ਨੇ, ਉਹ ਸਾਡੀਆਂ ਵੀ ਜਿਹੜੀਆਂ ਉਹ ਮੀਨਿੰਗਫੁਲ ਹੋਣ। ਜੇ ਸਾਡੇ ਅੰਦਰ ਵੀ ਗੁਰੂ ਦਾ ਸਿਧਾਂਤ ਵਸੇਗਾ ਤੇ ਉਹ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਵੀ ਸਾਡੀਆਂ ਜਿਹੜੀਆਂ ਉਹ ਰਿਸਪੈਕਟਫੁਲ ਹੋਣਗੀਆਂ, ਉਹ ਸੰਗਤ ਦੇ ਵਿੱਚ, ਸਮਾਜ ਦੇ ਵਿੱਚ ਇੱਜ਼ਤ ਪਾਉਣਗੀਆਂ। ਸਰਦਾਰ ਗੁਰਲਾਲ ਸਿੰਘ ਜੁੜੇ ਨੇ, ਅਖੀਰ ਦੇ ਵਿੱਚ ਜੇ ਦੋ ਸ਼ਬਦ ਗੁਰਲਾਲ ਜੀ ਕੁਝ ਕਹਿਣਾ ਚਾਹੁਣ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਵੀਡੀਓ ਬੰਦ ਹੋ ਗਈ ਜੀ। ਮੇਰਾ ਖਿਆਲ ਇੰਟਰਨੈਟ ਦੇ ਵਿੱਚ ਇੱਥੇ ਇਸ਼ੂ ਹੈਗਾ ਜੀ, ਵੀਡੀਓ ਨਹੀਂ ਆ ਰਹੀ। ਤੇ ਅਮਤੇਸ਼ਵਰ ਜੀ ਦੀ ਗੱਲਬਾਤ ਸੁਣੀ ਤੇ ਮੈਂ ਬਹੁਤਾ ਨਹੀਂ ਕੁਝ ਕਹਿਣਾ ਚਾਹੁੰਦਾ। ਅੱਜ ਆਨੰਦ ਆ ਗਿਆ ਕਿ ਵਾਕਈ ਜੇ ਮਨ ਸਮਝਾ ਲਈਏ, ਗੁਰੂ ਸਾਹਿਬ ਨੇ ਜਿਹੜੀ ਸਾਨੂੰ ਗੱਲ ਦੱਸੀ ਹੈ, ਤੇ ਅਕਾਲ ਪੁਰਖ ਨਾਲ ਜੁੜ ਸਕਦੇ, ਉਹਦੇ ਗੁਣਾਂ ਨਾਲ ਜੁੜ ਸਕਦੇ ਹਾਂ, ਤੇ ਆਪਣੇ ਆਪ ਨੂੰ ਅਸੀਂ ਹੋਰ ਉੱਚਾ ਕਰ ਸਕਦੇ ਹਾਂ, ਗੁਣਾਂ ਦੇ ਵਿੱਚ ਗੁਣ ਬਿਹਾਰ ਸਕਦੇ। ਧੰਨਵਾਦ ਜੀ। ਡਾਕਟਰ ਸਾਹਿਬ ਲਾਸਟ ਵਰਡ ਜੀ ਅੱਜ ਦੇ ਸ਼ਬਦ ਦੇ। ਜੀ ਵਾਹਿਗੁਰੂ ਜੀ, ਦੋ ਗੱਲਾਂ ਬੜੀਆਂ ਕੀਮਤੀ ਇਹਦੇ 'ਚ ਸੰਭਾਲਣ ਵਾਲੀਆਂ ਹੈਗੀਆਂ। ਇੱਕ ਤਾਂ ਇਹ ਹੈ ਕਿ ਜੋ ਬਾਤ ਬਾਹਰੀ ਭੇਖ ਦਾ ਇੱਕ ਨਜ਼ਰੀਆ ਇਹ ਹੈ ਕਿ ਬਾਹਰੀ ਭੇਖ ਦਾ ਕੋਈ ਫਾਇਦਾ ਨਹੀਂ ਹੈ। ਦੂਸਰਾ ਨਜ਼ਰੀਆ ਇਹ ਹੈ ਕਿ ਨਿਰੇ ਬਾਹਰੀ ਭੇਖ ਦਾ ਕੋਈ ਫਾਇਦਾ ਨਹੀਂ। ਇੱਕ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਅੰਤਰੀਵੀ ਸਮਝ, ਸ਼ਬਦ ਦੀ ਸਮਝ ਪਹਿਲੇ ਲਈ ਹੋਏ, ਪਹਿਲਾਂ ਤੋਂ ਉਸ ਪਾਈਪਲਾਈਨ ਚੋਂ ਨਿਕਲ ਕੇ ਤੇ ਫਿਰ ਭੇਖ ਇਹ ਧਾਰਨ ਕੀਤਾ ਹੋਏ ਵੀ ਜਿਨ੍ਹਾਂ ਨੇ ਇਹ ਸਮਝ ਲਈ ਹੈ ਉਹਨਾਂ ਦਾ ਇਹ ਭੇਖ ਹੈ। ਗੁਰੂ ਸਾਹਿਬ ਨੇ ਉਹਨਾਂ ਦੇ ਭੇਖ ਨੂੰ ਇਹ ਨਹੀਂ ਕਿਹਾ ਵੀ ਇਹ ਉਤਾਰ ਦਿਓ, ਉਹਨਾਂ ਨੇ ਉਹ
ਕਿ ਉਸ ਮਿਸਿੰਗ ਲਿੰਕ ਨੂੰ ਤੁਸੀਂ ਭਾਈ ਇਹ ਮਨ ਦੇ ਦਾ ਬਾਤ ਜੋੜ ਕੇ ਫਿਰ ਤੁਸੀਂ ਇਸ ਨੂੰ ਉੱਪਰ ਲੈ ਕੇ ਜਾਓ। ਤੇ ਜਿਸ ਤਰ੍ਹਾਂ ਖਾਲਸਾ ਇੱਕ ਸਾਡੀ ਡਰੈਸ ਹੈ, ਜਿਹੜੇ ਸਾਡਾ ਕੇਸ ਨੇ, ਦਸਤਾਰ ਨੇ ਔਰ ਗਾਤਰਾ ਹੈ, ਕਿਰਪਾਨ ਹੈ, ਇਹ ਜੋ ਅਸੀਂ ਕੰਗਾ ਕੜਾ ਕਛਹਿਰਾ ਸਾਰਾ ਕੁਝ ਹੈ। ਤੇ ਇਹ ਜੋ ਭੇਖ ਨੇ ਇਹ ਉਸ ਮਨੁੱਖ ਦੇ ਭੇਖ ਨੇ ਜਿਸ ਨੇ ਇਹ ਸ਼ਬਦ ਦੀ ਜਿਹੜੀ ਹੈ ਅਗਵਾਈ, ਜਿਨ੍ਹਾਂ ਨੇ ਨਾਮ ਨੂੰ ਸੰਭਾਲਿਆ ਹੋਇਆ। ਹੁਣ ਇਹ ਵੱਖਰੀ ਗੱਲ ਹੈ ਕਿ ਪੁਸ਼ਤ ਦਰ ਪੁਸ਼ਤ ਪਿਓ ਤੋਂ ਅਸੀਂ ਧਾਰਨ ਕਰ ਲਿਆ, ਪਰਿਵਾਰ ਚੋਂ ਧਾਰਨ ਕਰ ਲਿਆ, ਤੇ ਉਹ ਜਿਹੜੀ ਗੱਲ ਵਿੱਚ ਕਿਤੇ ਜਿਹੜੀ ਹੈ ਸਮਝ ਵਾਲੀ, ਜਿਹੜੀ ਨਾਮ ਵਾਲੀ ਗੱਲ, ਉਹ ਕਿਤੇ ਮਿਸ ਹੋਈ ਹੈ। ਪਰ ਇਹ ਦੂਸਰਾ ਨੁਕਤਾ ਇਹ ਹੈ ਭੇਖ ਤੋਂ ਬਾਅਦ ਕਿ ਨਾਮ ਸੰਭਾਲ, ਨਾਮ ਉਸ ਦੀ ਮੌਜੂਦਗੀ, ਨਾਮ ਕਰਤਾਰ ਦੀ, ਪ੍ਰਭੂ ਦੀ, ਪਰਮਾਤਮਾ ਦੀ ਹਾਜ਼ਰ ਨਾਜ਼ਰ ਮੌਜੂਦਗੀ, ਉਸ ਨੂੰ, ਉਸ ਦਾ ਕੁੰਡਾ ਅਸੀਂ ਆਪਣੇ ਉੱਪਰ ਮਹਿਸੂਸ ਕਰੀਏ ਤੇ ਉਸ ਅਨੁਸਾਰ ਸਾਰਾ। ਉਸ ਤੋਂ ਬਿਨਾ ਜਦ ਤੱਕ ਕਿ ਮਾਂ ਦਾ ਕੁੰਡਾ ਪੁੱਤ ਤੇ ਨਹੀਂ ਹੈ, ਪਿਓ ਦਾ ਕੁੰਡਾ ਪੁੱਤ ਤੇ ਨਹੀਂ ਹੈ, ਉਹ ਆਪਣੀ ਮਨਮਰਜ਼ੀ ਕਰਨ ਦਾ, ਥਿੜਕਣ ਦਾ, ਤਿਲਕਣ ਦਾ ਉਹਦੇ ਆਸਾਰ ਹੀ ਨਹੀਂ ਹਨ। ਅੱਜ ਦੇ ਸਮੇਂ ਵਿੱਚ ਉਸ ਦੀ ਤਿਲਕਣ ਯਕੀਨੀ ਹੈ, ਜਿਸ ਤਰ੍ਹਾਂ ਦਾ ਮਾਧਿਅਮ ਚੱਲ ਰਿਹਾ। ਜੇਕਰ ਇਹ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜੇ ਸਾਰਿਆਂ ਦਾ ਮਾਤਾ ਪਿਤਾ ਦਾ ਕੁੰਡਾ ਸਾਰਿਆਂ ਦੇ ਉੱਪਰ ਆ ਜਾਏ ਤਾਂ ਫਿਰ ਇਹ ਸੰਜਮ, ਇਹ ਹੋਣਾ ਤਾਂ ਹੀ ਸੰਭਵ ਹੈ, ਤਾਂ ਹੀ ਉਹ ਉਸਦੀ ਜਿਹੜੀ ਸੱਚਾਈ ਦਾ ਮਾਰਗ ਤੇ ਉਹ ਰਹੇ। ਇਹ ਇਸ ਲਈ ਕੁੰਡਾ ਜ਼ਰੂਰੀ ਹੈ, ਨਾਮ ਦੀ ਸੰਭਾਲਣਾ ਤਾਂ ਜ਼ਰੂਰੀ ਹੈ, ਨਾਮ ਦਾ ਸੋਝੀ, ਨਾਮ ਨੂੰ ਜਾਪਣਾ ਵੀ ਹੈ। ਨਾਮ ਤੋਂ ਇਸ ਦਾ ਜਾਪਣਾ ਜ਼ਰੂਰੀ ਹੈ, ਤਾਂ ਉਸ ਦੀ ਸੋਝੀ ਜ਼ਰੂਰੀ ਹੈ, ਉਸ ਨੂੰ ਯਾਦ ਰੱਖਣਾ ਜ਼ਰੂਰੀ ਹੈ, ਉਸਦਾ ਸਿਮਰਨ ਜ਼ਰੂਰੀ ਹੈ, ਸਾਡੇ ਧਿਆਨ ਵਿੱਚ ਪੱਕਾ ਵਸ ਜਾਏ। ਉਸ ਨਾਮ ਧਿਆਨ ਜ਼ਰੂਰੀ ਹੈ ਕਿ ਤੂੰ ਹੈ। ਤਾਂ ਉਸ ਦੀ ਹੋਂਦ ਜਿਹੜੀ ਹੈ ਉਹ ਬੜਾ ਭਾਰੀ ਮਹੱਤਵਪੂਰਨ ਅਧਿਆਤਮਕ ਕੁੰਡਾ ਹੈ, ਜਿਹੜਾ ਸਾਨੂੰ ਸੱਚ ਦੇ ਮਾਰਗ ਤੇ ਰਹਿਣ ਨੂੰ, ਤੁਰਨ ਨੂੰ ਤੇ ਰਹਿਣ ਨੂੰ ਹਮੇਸ਼ਾ ਪ੍ਰੇਰਦਾ ਹੈ ਔਰ ਰਾਹ ਦਿਖਾਉਂਦਾ ਹੈ। ਤਾਂ ਉਹ ਜੋ ਸਾਡੇ ਮਨ ਬਚ ਕਰਮ ਦੇ ਲਈ ਉਹ ਇਹੀ ਚਮਤਕਾਰ ਹੈ। ਇਸੇ ਕਰਕੇ ਬਾਰ-ਬਾਰ ਗੁਰੂ ਸਾਹਿਬ ਨੇ ਨਾਮ ਦੀ ਗੱਲ ਕੀਤੀ ਹੈ ਕਿ ਨਾਮ, ਕਿਉਂਕਿ ਨਾਮ ਵੀ ਹੋਣੇ ਆਦਮੀ ਨੂੰ ਗੁਰੂ ਸਾਹਿਬ ਨੇ ਬਹੁਤ ਤ੍ਰਿਗ ਕਿਹਾ ਹੈ। ਤੇ ਨਾਮ ਪ੍ਰਗਾਸ ਜਿਹੜਾ ਹੈ, ਇਹ ਭੇਖ ਉਹਨਾਂ ਦਾ ਹੈ ਕਿ ਜਿਨ੍ਹਾਂ ਵਿੱਚ ਨਾਮ ਪ੍ਰਗਾਸ ਹੈ। ਤੇ ਅੱਜ ਵੀ ਜੇ ਸਾਨੂੰ ਉਸ ਬਿਨਾਂ ਨਾਮ ਵੀ ਹੋਣੇ ਆਦਮੀ ਜਿਹੜਾ ਇਸ ਭੇਖ ਵਿੱਚ ਹੈ, ਉਸ ਦੇ ਨਾਲ ਉਸੇ ਹੀ ਕੰਟੈਕਸਟ 'ਚ ਗੁਰੂ ਸਾਹਿਬ ਬਾਣੀ ਅੱਜ ਵੀ ਉਸ ਕੰਟੈਕਸਟ 'ਚ ਗੱਲ ਕਰ ਰਹੀ ਹੈ। ਜਦੋਂ ਜੋਗੀਆਂ ਦੀ ਗੱਲ ਸਾਨੂੰ ਆਪਣੇ ਤੇ ਲਾਗੂ ਹੁੰਦੀ ਦਿਸਦੀ ਹੈ ਤਾਂ ਉਹ ਕੰਟੈਕਸਟ ਆਪ ਮੁਹਾਰੇ ਸਾਹਮਣੇ ਖੜਾ ਹੋ ਰਿਹਾ। ਤੇ ਇਸ ਕਰਕੇ ਸਾਨੂੰ ਵੀ ਉਸੇ ਤਰ੍ਹਾਂ ਹੀ ਜੋਗੀਆਂ ਵਾਂਗੂ, ਜਿਵੇਂ ਜੋਗੀਆਂ ਨੂੰ ਕਿਹਾ ਅਸੀਂ ਅੰਦਰ ਵੜੀਏ ਵੀ ਇਸ ਗਾਤਰੇ ਦਾ, ਇਸ ਕਛਹਿਰੇ ਦਾ, ਇਸ ਕੰਗੇ ਦਾ, ਇਸ ਕੜੇ ਦਾ ਉਹ ਨਾਮ ਹੈ ਤੇ ਨਾਮ ਅਨੁਸਾਰ ਸਤ ਸੰਜਮ ਸੰਤੋਖ ਹੈ, ਤਾਂ ਉਸ ਦਾ ਭੇਖ ਦਾ ਐਲਾਨ ਹੈ ਕਿ ਮੇਰੇ ਕੋਲ ਨਾਮ ਹੈ। ਮੈਂ ਜਾਣਦਾ ਹਾਂ ਕਿ ਮੈਨੂੰ ਦੇਖ ਰਿਹਾ ਹੈ। ਜਦੋਂ ਮੈਂ ਜਾਣਦਾ ਹਾਂ ਤੇ ਮੈਂ ਹਾਊ ਕੈਨ ਆਈ ਅਫੋਰਡ ਟੂ ਮਿਸਬਿਹੇਵ, ਤੇ ਮੈਂ ਇੱਧਰ ਉੱਧਰ ਸੋਚ ਕਿਵੇਂ ਸਕਦਾ, ਬੋਲ ਕਿਵੇਂ ਸਕਦਾ, ਤਾਂ ਕਰ ਕਿਵੇਂ ਸਕਦਾ। ਤੇ ਇਸ ਦੇ ਨਾਲ ਮੇਰੇ ਮਨ ਬਚ ਕਰਮ ਤੋਂ ਹੀ ਅੰਦਾਜ਼ਾ ਹੋ ਜਾਂਦਾ ਕਿ ਇਹ ਜਿਵੇਂ ਅਸੀਂ ਕਹਿੰਦੇ ਹਾਂ ਵੀ ਦਸਤਾਰ ਪਾ ਕੇ ਆ ਕੰਮ ਕੀਤਾ, ਤੇ ਉਹ ਜਿਹੜਾ ਦਸਤਾਰ ਵਾਲੇ ਨੇ ਇਹ ਕੰਮ ਕੀਤਾ। ਤਾਂ ਇਹ ਜਿਹੜਾ ਉਹੀ ਗੱਲ ਹੈ ਕਿ ਭੇਖ ਤਾਂ ਹੈ ਪਰ ਨਾਮ ਨੂੰ ਨਹੀਂ ਸੰਭਾਲਿਆ ਹੈ। ਤਾਂ ਅਸੀਂ ਨਾਮ ਨੂੰ ਸੰਭਾਲੀਏ ਤੇ ਇਹ ਭੇਖ ਉਸ ਦਾ ਐਲਾਨ ਹੈ ਕਿ ਮੈਂ ਨਾਮ ਦੀ ਸੰਭਾਲ ਕਰਨ ਵਾਲਾ ਹਾਂ, ਤਾਂ ਮੈਂ ਮੈਨੂੰ ਜਾਪਣ ਵਾਲਾ ਹਾਂ, ਮੈਨੂੰ ਸੋਝੀ ਹੈ ਕਿ ਤੂੰ ਹੈ, ਉਸਦਾ ਆਧਾਰ ਹੈ, ਉਸਦੀ ਹੋਂਦ ਹੈ, ਔਰ ਉਹ ਮੈਨੂੰ ਹਮੇਸ਼ਾ ਦੇਖ ਰਿਹਾ ਹੈ। ਜੇ ਤਾ ਕੀਤਾ ਤੇ ਤਾ ਨਾਉ ਹੈ, ਉਸਦੀ ਮੈਨੂੰ ਪੂਰੀ ਮੇਰੇ ਮਨ ਵਿੱਚ ਤਹਈਆ ਹੈ, ਮੇਰੇ ਨਾਮ ਦਾ ਧਿਆਨ ਹੋ ਚੁੱਕਿਆ ਹੈ। ਤਾਂ ਉਸਦਾ ਐਲਾਨ ਹੈ ਕਿ ਮੈਂ ਇਹ ਕਿਰਪਾਨ ਔਰ ਗਾਤਰਾ ਪਾਨਾ
ਕੜਾ ਕਛਹਿਰਾ ਪਾਉਣਾ, ਦਸਤਾਰ ਸਜਾਉਣਾ। ਤੋ ਇਹ ਸਾਡੇ ਵਾਸਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੈ। ਇਹ ਅਮਿਤੇਸ਼ਵਰ ਜੀ ਨੇ ਬੜੀ ਪਿਆਰੀ ਇਹ ਗੱਲ ਸੁਝਾਈ ਹੈ, ਬਹੁਤ ਅੱਛਾ। ਔਰ ਇਹਦੇ ਚੋਂ ਸਾਡੇ ਤੇ ਇਹਦੇ ਨਾਲ ਲਿੰਕ ਹੁੰਦਾ ਹੈ। ਤੇ ਇਹਦਾ ਫਰਕ ਇਹੀ ਹੈ ਕਿ ਸਾਡਾ ਜਿਹੜਾ ਭੇਖ ਹੈ ਉਸ ਪਾਈਪਲਾਈਨ ਵਿੱਚ ਹੋ ਕੇ ਬਾਅਦ ਚੋਂ ਬਣਿਆ, ਭੇਖ ਪਹਿਲਾਂ ਨਹੀਂ ਬਣਿਆ ਹੈ। ਤੋ ਇਸ ਕਰਕੇ ਗੁਰੂ ਸਾਹਿਬ ਨੇ ਉਹ ਅੰਤਰੀਵੀ ਮਨ ਦੀ ਗੱਲਾਂ ਦੇ ਨਾਲ ਲਿੰਕ ਕੀਤਾ ਹੈ। ਜਿਹਦਾ ਰਹਿ ਗਿਆ ਹੈ ਉਹ ਪਿੱਛੇ ਜੋੜ ਲੇ, ਜਿਨ੍ਹਾਂ ਨੇ ਜੋੜ ਕੇ ਭੇਖ ਧਾਰਨ ਕੀਤਾ ਹੈ ਉਹ ਮੁਬਾਰਕ ਹੈ। ਸਾਡੇ ਵਿਧਾਨ ਵਿੱਚ ਉਸ ਤਰ੍ਹਾਂ ਹੀ ਆਇਆ ਹੈ, ਸ਼ਬਦ ਪਹਿਲੇ ਆਇਆ ਹੈ, ਸੀਰਤ ਪਹਿਲੇ ਆਈ ਹੈ, ਉਸ ਤੋਂ ਬਾਅਦ ਸਾਨੂੰ ਗੁਰੂ ਸਾਹਿਬ ਨੇ ਸੂਰਤ ਇਹ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1.5 ਮਿੰਟ ਰਹਿ ਗਿਆ ਜੀ। ਇਸੇ ਹੀ ਅੱਜ ਕੈਰੀ ਹੋਮ ਮੈਸੇਜ ਦੇ ਨਾਲ ਕਿ ਆਓ ਅਸੀਂ ਵੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅੰਦਰੋਂ ਬਾਹਰੋਂ ਇੱਕ ਹੋ ਕੇ ਐਸਾ ਜੀਵਨ ਜੀ ਸਕੀਏ ਜੀ। ਅੱਜ ਦੀ ਇਸ ਤੇ ਸਮਾਪਤੀ ਕਰਦੇ ਹਾਂ ਜੀ। ਭੁੱਲਾਂ ਚੁੱਕਾਂ ਦੇ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ।